ज़ाहरा ज़हूर हाजरा हजूर सर्व कला भरपूर। चवर छतर तख्त मारक जुगो जुगो अटल सतगुरु। धन धन श्री गुरु ग्रंथ साहिब जी की पावन हजूरी अंदर जुड़ बैठी साध संगत जीओ, जिथे पवित्र बाणी श्री सुखमनी साहिब की संथा चल रही है, उत्थे अज धन धन श्री गुरु अमरदास जी महाराज की गुरता गद्दी निशानी का पुरबी है, ज्योति जो समाउण का पुरबी। तो हुणे हुणे भाई सवेग सिंह जी ने दस्या कि जिस सतगुरु का दिहाड़ा होवे उन्हां दा वर्णन जिक्र करना बहुत जरूरी है, पर असी इस लड़ी नूं भी तोड़ना नहीं चाहते, क्योंकि जिहड़ी संगत इत्थे हाज़र है ते दूर दरेडे तक इस उद्यम का राह लै रही है, तां जो उन्हां नूं भी कोई विघन ना पवे। तो आओ 5 वारी मूल मंत्र 5 वारी गुरमंत्र का जाप करिए, कोई रसना खाली न रहे। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 जी का खालसा वाहिगुरु। तो गुरु पातशाह जी कृपा का सदका रात्रि के दीवान विच सुखमनी साहिब दियां 6 अष्टपदियां संपूर्ण हो चुकी हैं। जितनी कुछ संथा तुसी कीती सुनी पढ़ी है, इहदे विच जिसनूं कोई गल ना समझ आई हो वो फिर पुछ सकदा, तां जो ये कार्य कच्चा ना होवे, तुहाडे राहीं तुहाडे तक ते पहुँचे, तुहाडे परिवारां विच भी पहुँचे, तुहाडे निकटवर्तियां विच भी पहुँचे। तो 7वीं अष्टपदी के श्लोक का पाठ कर रहे हैं। श्लोक अगम अगाध पार ब्रह्म सोए, जो जो कह सो मुक्ता होए, सुन मीता नानक बिनवंता, साध जना की अचरज कथा। ये पहलियां पंक्तियां में परमात्मा की उस्तत की है। वो परमात्मा जो अगम है, ये अखर गुरबाणी च 2 रूपों में आता है, एक अगम है एक अगम है।
ਜਿਹਦੇ ਉੱਤੇ ਟਿੱਪੀ ਲੱਗੀ ਹੋਵੇ ਉਹਦਾ ਉਚਾਰਨ ਅਗੰਮ ਕਰਨਾ, ਇਹਦਾ ਜਿੱਥੇ ਟਿੱਪੀ ਨਹੀਂ ਇਹਨੂੰ ਅਗਮ ਬੋਲਣਾ। ਅਰਥ ਇੱਕੋ ਹੀ ਹੈ, ਜਿਹਦਾ ਅਰਥ ਹੈ ਗਮਤਾ ਤੋਂ ਰਹਿਤ। ਗਮਤਾ ਹੁੰਦਾ ਕਿਸੇ ਚੀਜ਼ ਤੱਕ ਪਹੁੰਚ ਕਰਨੀ। ਇਹ ਸੰਸਕ੍ਰਿਤ ਦਾ ਸ਼ਬਦ ਵੀ ਹੈ ਗਮਤਾ, ਪਹੁੰਚ। ਪਰਮਾਤਮਾ ਤੱਕ ਇਹਨਾਂ ਇੰਦਰੀਆਂ ਨਾਲ ਪਹੁੰਚ ਨਹੀਂ ਹੋ ਸਕਦੀ। ਅਸੀਂ ਹਰ ਚੀਜ਼ ਨੂੰ ਹੱਥਾਂ ਨਾਲ ਫੜ ਲੈਂਦੇ ਹਾਂ, ਅੱਖਾਂ ਨਾਲ ਦੇਖ ਲੈਂਦੇ ਹਾਂ, ਕੰਨਾਂ ਨਾਲ ਸੁਣ ਲੈਂਦੇ ਹਾਂ, ਪਰ ਪਰਮਾਤਮਾ ਦੀ ਹਸਤੀ ਐਸੀ ਹੈ ਜੋ ਅਗਮ ਹੈ, ਉਹਨੂੰ ਅਨੁਭਵ ਕਰ ਸਕਦੇ। ਪਰ ਜੇ ਕਹੀਏ ਕਿ ਹੱਥਾਂ ਨਾਲ ਉਹਨੂੰ ਪਕੜੀਏ, ਨਹੀਂ। ਅਗਾਧ, ਗਾਧ ਦਾ ਮਤਲਬ ਹੁੰਦਾ ਗਹਿਰਾਈ। ਅਗਾਧ ਜਿਸ ਦੀ ਗਹਿਰਾਈ ਨਹੀਂ ਜਾਣੀ ਜਾ ਸਕਦੀ। ਸਾਡੀਆਂ ਮਸ਼ੀਨਾਂ ਨੇ ਬੜੀਆਂ ਬੜੀਆਂ ਥਾਵਾਂ ਦੀ ਗਹਿਰਾਈ ਕਰ ਲਈ, ਪਤਾ ਕਰ ਇੰਨਾ ਡੂੰਘਾ, ਇੰਨਾ ਡੂੰਘਾ ਹੈ, ਪਰ ਪਰਮਾਤਮਾ ਦੀ ਡੂੰਘਾਈ ਕੋਈ ਨਹੀਂ। ਅਗਮ, ਅਗਾਧ, ਪਾਰ ਬ੍ਰਹਮ, ਉਹ ਬ੍ਰਹਮ ਜਿਸ ਦਾ ਪਾਰਾਵਾਰ ਵੀ ਨਹੀਂ ਪਾਇਆ ਜਾ ਸਕਦਾ। ਸੋਏ ਦਾ ਮਤਲਬ ਉਹ ਪਾਰ ਬ੍ਰਹਮ ऐसा है जो अगम है, जो अगाध है और जो पार। पर हाँ एक गल नोट कर लो, जो कहे, कह ਦਾ ਮਤਲਬ ਜੋ ਉਸਦੇ ਗੁਣ ਉਚਾਰਨ ਕਰੇ, ਜੋ ਉਹਦੀ ਸਿਫਤ ਸਲਾਹ ਕਰੇ, ਭਾਵੇਂ ਉਹ ਕਿਸੇ ਜ਼ਾਤ ਦਾ ਹੋਵੇ, ਕਿਸੇ ਬਰਾਦਰੀ ਦਾ ਹੋਵੇ, ਕੋਈ ਗਰੀਬ ਹੋਵੇ, ਕੋਈ ਅਮੀਰ ਹੋਵੇ, ਉਹਦੇ ਦਰ ਤੇ ਕੋਈ ਐਸਾ ਫਰਕ ਨਹੀਂ। ਇਹ ਸਭ ਫਰਕ ਸਾਡੇ ਬਣਾਏ ਤੇ ਪਾਏ ਹੋਏ। ਮੁਕਤਾ ਦਾ ਮਤਲਬ ਹੈ ਬੰਧਨ ਤੋਂ ਰਹਿਤ ਹੋ ਜਾਣਾ। ਇਹ ਸੰਸਕ੍ਰਿਤ ਦਾ ਸ਼ਬਦ ਹੈ ਮੁਕਤਾ। ਆਮ ਲੋਕ ਮੁਕਤ, ਮੁਕਤੀ ਕਹਿੰਦੇ ਨੇ। ਜਿਹੜਾ ਮੁਕਤ ਹੋ ਜਾਏ ਉਹ ਮੁਕਤਾ ਹੋਵੇ। ਜਿਵੇਂ ਗੁਰਬਾਣੀ ਆਪਣਾ ਪੰਜਾਬੀ ਦੇ 35 ਅੱਖਰ, ਜਿਸ ਅੱਖਰ ਨੂੰ ਕੋਈ ਮਾਤਰਾ ਨਾ ਲੱਗੀ ਹੋਵੇ ਅਸੀਂ ਨੇ ਇਹ ਮੁਕਤਾ ਹੈ। ਤੋ ਇੱਥੇ ਮੁਕਤਾ ਦਾ ਮਤਲਬ ਹੈ ਉਹ ਜੰਮਣ ਮਰਨ ਤੋਂ ਰਹਿਤ ਹੋ ਜਾਏਗੀ, ਉਹ ਵਿਕਾਰਾਂ ਤੋਂ ਰਹਿਤ ਹੋ ਜਾਏਗੀ। ਪਰਮਾਤਮਾ ਦੇ ਨਾਮ ਜਪਣ ਦੀ ਇਹ ਸ਼ਕਤੀ ਹੈ। ਫਿਰ ਇੱਕ ਵਾਰੀ ਧਿਆਨ ਨਾਲ ਸੁਣੋ। ਅਗਮ, ਅਗਾਧ, ਪਾਰ ਬ੍ਰਹਮ ਸੋਏ, ਜੋ ਕਹੇ ਉਹ ਮੁਕਤ ਹੋ ਜਾਏ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਏਗਾ, ਵਿਕਾਰਾਂ ਤੋਂ ਰਹਿਤ ਹੋ ਜਾਏਗਾ, ਵਿਚਾਰਾਂ ਤੋਂ। ਸੁਨ ਮੀਤਾ, ਇੱਥੇ ਸੁਣਦੇ ਨੰਨੇ ਨੂੰ ਸਿਆਰੀ ਹੈ। ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਕਹਿ ਰਹੇ, ਇਹ ਮੇਰੇ ਮਿੱਤਰੋ ਸੁਣੋ। ਦੇਖੋ ਕਿੰਨੀ ਨਿਮਰਤਾ ਮੇਰੇ ਪਾਤਸ਼ਾਹ। ਸੁਨ ਮੀਤਾ ਨਾਨਕ ਬਿਨਵੰਤਾ। ਨਾਨਕ ਦੇ ਕੱਕੇ ਨੂੰ ਔਂਕੜ ਹੈ, ਇੱਥੇ ਰੁਕਣਾ ਨਹੀਂ। ਇਹਨੂੰ ਨਾਨਕ ਬਿਨਵੰਤਾ ਇਕੱਠਾ ਪੜ੍ਹਨਾ ਹੈ। ਹੁਣ ਤੱਕ ਤੁਹਾਨੂੰ ਦੱਸਿਆ ਗਿਆ ਕਿ ਜਿੱਥੇ ਨਾਨਕ ਦਾ ਕੱਕਾ ਮੁਕਤਾ ਹੋਵੇ ਉੱਥੇ ਰੁਕਣਾ ਹੈ, ਇੱਥੇ ਨਹੀਂ ਰੁਕਣਾ। ਕਿਉਂਕਿ ਨਾਨਕ ਜੀ ਆਪਣੇ ਲਈ ਕਹਿ ਰਹੇ ਨਾਨਕ ਬਿਨਵੰਤਾ, ਮੈਂ ਨਾਨਕ ਬੇਨਤੀ ਕਰ ਰਿਹਾ। ਸਾਧ ਜਨਾਂ ਕੀ ਅਚਰਜ ਕਥਾ। ਇਹ ਅੱਖਰ ਜਿਹੜਾ ਹੈ ਇਹਦੇ ਵਿੱਚ ਬੋਲੀ ਦੋਸ਼ ਹੈ। ਕਈ ਇਲਾਕਿਆਂ ਵਿੱਚ ਇਹਨੂੰ ਅਚਰਜ ਬੋਲਦੇ ਨੇ, ਕਈ ਇਲਾਕਿਆਂ ਵਿੱਚ ਇਹਨੂੰ ਅਚਰਜ ਬੋਲਦੇ ਨੇ। ਹੈ ਅੱਖਰ ਵਾਸਤਵ ਵਿੱਚ ਆਸ਼ਚਰੀਅਤ ਬਣੇ, ਜਿਸ ਨੂੰ ਦੇਖ ਕੇ, ਜਿਸ ਨੂੰ ਸੁਣ ਕੇ ਬੰਦਾ ਹੈਰਾਨ ਹੋ ਜਾਏ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ। ਉਹਦੀ ਜਿਹੜੀ ਵੀ ਗੱਲ ਨੂੰ ਤੁਸੀਂ ਵੇਖਣ ਲੱਗੋਗੇ, ਵਿਚਾਰਨ ਲੱਗੋਗੇ, ਹੈਰਾਨ ਹੋ ਜਾਓ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ। ਤੋ ਜਿਹੜੇ ਉਸ ਦੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਸਾਧ ਗਿਆ।
ये ठीक है कि अज साध शब्द जिहड़ा वो दंबियां ने पखंडियां ने बड़ा बदनाम कर दिया। क्षमा कर, मैं किसी साध की व्यक्तिगत गल नहीं कर रहा करना, पर साध शब्द जिहड़ा है ये बहुत पवित्र है। ये अखरी अर्थ ने साधना करने वाला। जे गुरु ग्रंथ साहब ने पूछो महाराज साध किनू कहना, इसे बाणी च लिखा है साध नाम निर्मलता के कर्म, जिदे काम मैल तो रहत ने वो असली साध है। जे हुण मैं साध शब्द की व्याख्या करूं तो श्री गुरु ग्रंथ साहब जी इस लिए साध भी वरत्या है, संत भी वरत्या है, गुरमुख भी वरत्या है, होर भी महापुरुष भी वरत्या। बड़े शब्द है, सारे एक ही कैटागरी, इन्हां विच कोई वो वखरापन नहीं है। पर गल की गुरुदेव कहते हैं साध जना की अचरज कथा, कथा जो आप विचार करते हैं ना इनू कथा कहते। ज्यों ज्यों तुसी इस कथा नू सुनोगे, ज्यों ज्यों इस कथा नू पढ़ोगे, अचरज हैरान हो जाओगे। असी भेखा नाल जुड़ गए, किसी का पग वेख के, किसी के कपड़े वेख के गुरबाणी नहीं बनती। गुरबाणी ते कहती साध नाम निर्मलता के, याद रखो, जेड़ा मन करके बचन करके कर्म करके निर्मल मैल तो रहत है, उसकी कथा आश्चर्य। फिर एक बारी पढ़ लो, अगम अगाध पार ब्रह्म सोए, जो जो कह सो मुक्ता होए, सुन मीता नानक बिनवंता, साध जना की अचरज कथा। लो हुण कथा शुरू होने लगी है। साध जना अष्टपदी, साध के संग मुख उजर होत, साध संग मल सगली खोत, साध के संग मिटे अभिमान, साध के संग प्रगटे सुज्ञान। हाँ, इनू सुज्ञान ही कहना, सो ज्ञान नहीं कहना। सस्से नू औंकड़ है सुज्ञान, ज्ञान दी भी कई किस्मां। साध के संग प्रगटे सुज्ञान, साध के संग बुझे प्रभ नेरा, साध संग सब होत नबेरा, साध के संग पाए नाम रतन, साध के संग एक ऊपर जतन, साध की महिमा बरने कौन परानी, नानक साध की शोभा प्रभ माहे समानी। कोई बहुत औखा नहीं है, सिर्फ टका के प्रेम न पढ़िया सब समझाया। साध के संग, संग दे गगे नू सियारी है, संगत करना जिदा अपना जीवन पवित्र होवे, उसकी संगत करोगे वो तुहानू पवित्र बनाए। भगत कबीर जी ने साध की बड़ी महिमा की। उन्होंने कहा कबीर साकट संग न कीजिए, दूर जाइए भाग, बासन कारो परसिए तो कुछ लगे, पर जे साधु की संगत करो। कबीर संगत करिए साध की, दिन दिन दूना हेत, तुहाडा प्यार परमात्मा नाल वधना शुरू हो जाएगा।
अज थोड़ा, कल होर ज़्यादा, कल होर बदल, क्योंकि साध ने ते वही काम करना है जो आप कर, वो नहीं करना। इसलिए साध की संगत नूं चंदन की नेड़ता की। भगत कबीर जी ने अपने श्लोकों में बहुत आखिर साधु की संगत ऐसी है जैसी चंदन की संगत। चंदन का बूटा जेड़े जंगल विच होवे वो सारे जंगल नूं चंदन बना दे। उत्थे एरंड भी होवे तो भी चंदन बन। तो खैर समय के मुताबिक मैं प्रमाण ते गुरु कृपा द्वारा अंदरों एवं आंदे ने भाई दई चलो, दसी चलो। तो चंदन की बड़ी मिसाल बाणी है। पर आखिया जेड़े रब तो टुटे हुए बंदे ने वो कई बारी चंदन के नेड़े रह के भी कोई असर नहीं कर। क्यों नहीं कबूलते? उन्होंने अंदर अहंकार हो। कबीर बांस बढ़ाई बूढ़िया, बांस बढ़ाई बूढ़िया, क्यों मत डूबो कोय, चंदन के निकटे बसे बांस सुगंध ना। चंदन के नेड़े भी रहता है पर खुशबू नहीं, क्योंकि उन्होंने अहंकार है मैं बहुत बड़ा। वो कुल नाशक भी दोष है, होर कई गल। तो गल की महाराज कहते जे गुरमुखां की संगत करोगे मुख उजल होते। हुण ये गल भी बड़ी समझ, मूँह काला कदों होंदा ते मूँह उजला कदों होंदा? जदों असीं कोई गलत काम करांगे, ये आम मुहावरा है, असीं कह देंगे और फलाने का मूँह काला हो गया, फलाने ने मूँह काला कर लिया। पर गुरमुखां की संगत करन दे नाल मुख उजल हो, क्योंकि उन्हें गलत पासे जाना नहीं, गलत पासे जान नहीं देना, ते आपे मूँह उजला हो जाए। साध संग मल सगली खोत। मल का मतलब है मैल, सगली का मतलब सारी, कई तरह की मैल है। भैड़ा सोचण की भी मैल है, भैड़ा करन की भी मैल है, ईरखा भी मैल, बड़ा कुछ। गुरमुखां की संगत करन दे नाल मल सगली खोत, एक खोत का मतलब गुआच जाती है। इत्थे खोत का मतलब खो जानी, खत्म हो जाए। इन्हूं खोता नहीं किया या होर कोई अर्थ नहीं, तो खोत मतलब गुआच जाती, खत्म हो जाए। मतलब उस बंदे की रहनी बहनी कहनी सहनी सब कुछ पवित्र। हौली हौली समझा रहे, साध के संग मिटे अभिमान। अभिमान तो तुसीं सारे जानते, रात अहंग में आया सी, हुण अभिमान आ गया, अहंकार भी आता है, कई रूप ने होम। तो गुरमुखां की संगत करन करके संगत करन वाले दे अंदरों मिटे अहंकार करन दी उन्होंने जाच ही भुल जाती। वो तो अपने आप कहना मैं चरण धूड़ हाँ, मैं दासां दा दास। वो कदे अहंकार नहीं करता। फिर जदों अभिमान मुक जाए, फिर साध के संग प्रगटै सुज्ञान। सुज्ञान, ज्ञान दी कई किस्मां ने। कई बंदा साजिशां करन दी ज्ञान हुंदा है, स्कीमां बनाउणियां, इधर अग ला उधर अग ला उधर ला, वो इस काम च लगे। सुज्ञान वो हुंदा जिहड़ा श्रेष्ठ ज्ञान, जिहड़ा सवाए चंगे काम सोचण तो गलत पासे सोचे। वो ज्ञान गुरमुखां दी संगत करन करके प्रगट हो जाए। हौली हौली तुसीं देखोगे कमाल है, जिवें पौड़ी दर पौड़ी चढ़ी दा ना, स्टैप बाई स्टैप। साध के संग बुझे प्रभ नेरा। जिहड़ा गुरमुखां की संगत करता है बुझे, बुझना हुंदा है जानना, एक हुंदा है सुनना, एक हुंदा है पढ़ना, एक हुंदा है मनना। ये मनण दी गल है। वो फिर परमात्मा नूं नेड़े हाजर नाजर जानना।
आंदा मैं नहीं गलत पास, मैं काम कर रही, तुसी तो नहीं देख रहे पर मेरा वाहगुरू देख रहे। बस इन्नी गल, और इन्नी गल नाल उन्हां दा सारा जीवन ही जिहड़ा है वो ऐन सुच्चा पवित्र। तुसी करके देख लो, मैं करके देख ला। बाणी जी लिखिया है हजूर कत दूर बतावो, धुंदर बांधो सुंदर पावो। ये जिहड़ी द्वैश भावना सी लई फिरदे ना, इत्थे होर उत्थे होर, इहने कम खराब कीता होया। इस द्वंद नूं करो दूर, है हजूर कत दूर बताओ। उन्होंने क्यों दूर कहते हो? धुंदर बांधो सुंदर पाओ, उस सुंदर परमात्मा नूं पा लो, जान लो। गुरबाणी ते पुकार पुकार के कहती भी असीं ध्यान मन तू जोत स्वरूप है, मन तू जोत स्वरूप है। थोड़ा मन ते रुक जाओ। मन तू जोत स्वरूप है, अपना मूल पछाण, अपना मूल पछाण, अपना मन हर जी तेरे नाल है, मन हर जी तेरे नाल, मन हर जी गुरमति रंग मान, गुरमति रंग मान। एक एक गल बड़ी कीमती है। साध के संग बुझे प्रभ नेरा। असी उस नेड़े नूं भी दूर समझी बैठे, किथे रब जी, एवें तुसीं रब रब लाइए। कहते नहीं, गुरमुखां दी संगत करन करके समझ आ जाती, मन मन जाता है कि प्रभु नेड़े, वो मेरी हर हरकत नूं देख रहे। या तो उन्होंने अंतरजामी कहना छड़ दो, जे अंतरजामी कहते हो तो फिर अंतरजामी के अर्थ होए जिहड़ा अंदर की गल जाने, जिहड़ा सब दे अंदर बैठा। तो ये गल बुझ लैंदा करो बस। जिसने बुझ लई साध संग सब होत नबेरा। नबेरा किसनूं कहते हैं? जदों गल खत्म हो जाए, जिवें कोई दुकानदार ਉਹਦਾ कुछ देना लेना होवे, ਉਹ ਤੁਸੀਂ ਮੁਕਾ ਦਿਓ, ਫਿਰ ਕੀ ਕਹਿੰਦਾ नबेड़ा हो गया। बाणी च भगतन के झगड़ा एक नवेरो राम, जो तुम अपने जन सौंपा। हे वाहिगुरु साडा झगड़ा मुका दो। ये जो लेखे पत्ते वाला काम है ना, ये खत्म हो जाए। क्योंकि उस रास्ते पर जाना नहीं तो कितों लेखा लेखा ही नहीं रहना। तो साध संग सब होत, क्योंकि साध के संग पाए नाम रतन। गुरमुखां दी संगत करके, गुरु दी संगत करके नाम रूपी रतन दी सोझी आ जाती। ते फिर बंदे दे सारे यतन साध के संग एक ऊपर यतन, एक ऊपर का मतलब एक परमात्मा वास्ते यतन कर। और फिर दूजे पासे दी स्कीमां विਉਂਤਾਂ ठगियां टोरियां ਉਹਦਾ हर यतन इसे गल ते हुंदा कि मैं मनुखा जन्म नूं सबर कर। फिर पातशाह ने साध की महिमा वरने कौन प्राणी। किसी प्राणधारी विच हिम्मत नहीं हैगी कि कोई साध की महिमा दस सके, क्योंकि नानक साध की शोभा प्रभ माए समान। जिमें वागुरु की शोभा असीं नहीं पूरी करते, ऊंचे ते ऊंचा भगवंत कोई न जाने तुमरा। इसी तरह उस साधु की
ਜਿਹੜਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦਾ ਹੈ ਉਹਦੀ ਸ਼ੋਭਾ ਪ੍ਰਭ ਮਾਏ ਸਮਾਨੀ। ਮੈਨੂੰ ਇੱਕ ਦਿਨ ਕਿਸੇ ਦਾ ਸਵਾਲ ਆਇਆ, ਇਹ ਪੰਕਤੀ ਦਾ ਵਿਸ਼ਰਾਮ ਦੱਸੋ। ਹਰ ਹਰ ਜਨ ਦੋਏ ਏਕ ਹੈ। ਅਸੀਂ ਜਲਦੀ ਜਲਦੀ ਪੜ੍ਹ ਜਾਂਦੇ ਹਰ ਹਰ ਜਨ ਨਹੀਂ, ਹਰ ਹਰ ਜਨ ਦੋਏ ਏਕ ਹੈ। ਬਿੰਬ ਵਿਚਾਰ ਕਛ ਨਾਹੀ, ਜਲ ਤੇ ਉਪਜਤ ਰੰਗ ਜਿਉ ਜਲ ਹੀ ਵਿਖੈ। ਜਿਵੇਂ ਪਾਣੀ ਵਿੱਚੋਂ ਲਹਿਰ ਉਪਜਦੀ ਹੈ ਤੇ ਪਾਣੀ ਵਿੱਚ ਹੀ ਸਮਾ ਜਾਂਦੀ। ਭਗਤਾਂ ਨੇ ਇਹ ਬਿਲਕੁਲ ਫੈਸਲੇ ਕਰਦੇ ਆਖਿਆ, ਹੇ ਵਾਹਿਗੁਰੂ ਤੋ ਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸੇ। ਇੰਨਾ ਹੀ ਫਰਕ ਹੈ। ਤੂੰ ਸੋਨਾ ਹੈ, ਅਸੀਂ ਸੋਨੇ ਦੇ ਗਹਿਣੇ ਆ। ਤੂੰ ਸੂਰਜ ਹੈ, ਅਸੀਂ ਸੂਰਜ ਦੀ ਕਿਰਨ ਹੈਗੇ। ਤੂੰ ਪਾਣੀ, ਅਸੀਂ ਤੇਰੀ ਲਹਿਰ ਹੈਗੇ ਆ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ हैं चकोरा। माधवे तुम न तोरो तो हम नहीं तोरे, तुम स्यों तोर कमन स्यों जोर है। ਇਸ ਲਈ ਉਹਨਾਂ ਨੂੰ ਇਹ ਸਮਝ ਆ ਜਾਂਦੀ ਹੈ ਔਰ ਉਹ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਨੇ ਤੇ ਉਹਨਾਂ ਦੀ ਸ਼ੋਭਾ ਪਰਮੇਸ਼ਵਰ ਤੋਂ ਵੱਖਰੀ ਨਹੀਂ ਹੈ। ਸਾਧ ਕੇ ਸੰਗ ਅਗੋਚਰ ਮਿਲੇ, ਸਾਧ ਕੇ ਸੰਗ ਸਦਾ ਪ੍ਰਫੁੱਲੇ, ਸਾਧ ਕੇ ਸੰਗ ਆਵੇਂ ਬਸ ਪੰਚਾ। ਹਾਂ, ਇਹਨੂੰ ਆਵੇ ਨਹੀਂ ਕਹਿਣਾ। ਹੁਣ ਹੌਲੀ ਹੌਲੀ ਤੁਸੀਂ ਲੱਗ ਪਏ ਸਮਝਣ, ਜਦੋਂ ਤੁਹਾਡਾ ਸਿਰ ਹਿਲਦਾ ਮੈਨੂੰ ਲੱਗ ਜਾਂਦਾ ਪਤਾ, ਮਤਲਬ ਇਹ ਆਵੇਂ ਹੈ, ਆਵੇ ਨਹੀਂ ਹੈ। ਕਿਉਂਕਿ ਐੜੇ ਨੂੰ ਆਖ ਨਾ ਬੱਬਾ ਹਾਏ ਨੂੰ ਹਿੱਸਿਆ, ਇਹ ਬਹੁ ਬਚਨ ਹੈ। ਸਾਧ ਕੇ ਸੰਗ ਆਵੇਂ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਭੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨ ਕਛੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੇ, ਸਾਧ ਕੇ ਸੰਗ ਮਾਇਆ ਤੇ ਪਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। तो मतलब साध के संग ते रुकना है, गुरमुखां दी संगत करन करके, साधु की संगत विच रहन कर अगोचर मिले। वो परमात्मा जो अगोचर है, जो ना इंद्रियां दे गोचरे नहीं, ਉਹਦੀ ਸੋਝੀ ਹੋ ਜਾਂਦੀ, ਮਲਾਪ ਹੋ ਜਾਂਦੀ। ਔਰ ਜਿਸਨੂੰ ਉਹਦੇ ਨਾਲ ਸਾਂਝ ਬਣ ਜਾਂਦੀ ਹੈ, ਉਹ ਫਿਰ ਸਾਧ ਕੇ ਸੰਗ ਸਦਾ ਪ੍ਰਫੁੱਲ ਹੈ। ਪ੍ਰਫੁੱਲ ਦਾ ਮਤਲਬ ਖਿੜਿਆ ਰਹਿੰਦਾ, ਪ੍ਰਫੁੱਲਤ ਰਹਿੰਦਾ। ਜਿਵੇਂ ਫੁੱਲ ਖਿੜਿਆ ਹੋਵੇ, ਅਸੀਂ ਕਹਿੰਦੇ ਪ੍ਰਫੁੱਲ ਹੈ, ਖਿੜਿਆ। ਮੁਰਝਾਇਆ ਹੋਵੇ ਤੇ ਮੁਰਝਾਇਆ। ਅਸੀਂ ਕਦੇ ਮੁਰਝਾ ਜਾਂਦੇ ਹਾਂ, ਕਦੇ ਖਿੜ ਜਾਂਦੇ ਹਾਂ। ਬਾਣੀ 'ਚ ਹਰ ਗੱਲ ਸਮਝਾਈ। ਜਦੋਂ ਕੋਈ ਚਾਰ ਪਦਾਰਥ ਪੈਸੇ ਮਿਲ ਜਾਣ ਅਸੀਂ ਖਿੜ ਜਾਂਦੇ, ਜੇ ਚਲੇ ਜਾਣ ਤੇ ਅਸੀਂ। ਪਰ ਜਿਹੜਾ ਪਰਮਾਤਮਾ ਨਾਲ ਮਿਲ ਜਾਂਦਾ ਹੈ, ਨਾਨਕ ਭਗਤਾਂ ਸਦਾ ਸੁਣਿਆ ਤੂੰ ਪਾਪ ਕਾ, ਤੂੰ ਸਾਧ ਕੇ ਸੰਗ ਸਦਾ ਪ੍ਰਫੁੱਲਤ ਖਿੜਿਆ। ਸਾਧ ਕੇ ਸੰਗ ਆਵੇਂ ਬਸ ਪੰਚਾ। ਇਹ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਅਸੀਂ ਇਹਨਾਂ ਦੇ ਵਸ ਵਿੱਚ ਹਾਂ। ਇਹ ਪੰਜ ਉਹਦੇ ਵਾਸਤੇ ਆ ਜਾਂਦੇ। ਵਰਤਦਾ ਹੈ, ਪਰਿਵਾਰ ਵਿੱਚ ਰਹਿੰਦਾ ਹੈ, ਗ੍ਰਸਥ ਵਿੱਚ ਰਹਿੰਦਾ ਹੈ, ਪਰ ਆਪਣੇ ਕੰਟਰੋਲ ਵਿੱਚ ਰੱਖਦਾ। ਅਸੀਂ ਇਹਨਾਂ ਦੇ ਕੰਟਰੋਲ 'ਚ ਹੋ ਜਾਂਦੇ। ਆਵੇਂ ਬਸ ਪੰਜਾ। ਉਹ ਪੰਜੇ ਜਿਹੜੇ ਚੋਰ ਨੇ, ਬਾਣੀ 'ਚ ਬਹੁਤ ਜਗ੍ਹਾ ਲਿਖੀ। ਸਾਡਾ ਸਰੀਰ ਇੱਕ ਹੈ, ਇਹਦੇ ਵਿੱਚ ਇੱਕ ਪੰਜ ਚੋਰ ਮਿਲ ਇੱਕ ਨਗਰੀਆ। ਰੋਜ਼ ਤੁਸੀਂ ਪੜ੍ਹਦੇ ਹੋ, ਕਾਮ ਕ੍ਰੋਧ ਨਗਰ ਭਉ
ਮਿਲ ਸਾਧੂ ਖੰਡਲ। ਗੁਰਮੁਖਾਂ ਦੀ ਸੰਗਤ ਕਰਨ ਕਰਕੇ ਇਹ ਫਿਰ ਕਾਬੂ ਆ ਆਵੇਂ ਬਸ। ਲੋੜ ਹੈ ਨਾ ਪੰਜਾਂ ਦੀ, ਇਹ ਵੀ ਤੁਹਾਨੂੰ ਦੱਸ। ਜਿਹੜੇ ਕਹਿੰਦੇ ਨਾ ਵੀ ਨਹੀਂ ਇਹ ਮਰ ਜਾਣ, ਮਰਦੇ ਮਰਦੇ ਨਹੀਂ, ਲੋੜ ਹੈ, ਲੋੜ ਅਨੁਸਾਰ। ਮੈਂ ਤੇ ਹਮੇਸ਼ਾ ਕਹਿਣਾ ਵੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ 10 ਗੁਰੂ ਸਾਹਿਬਾਨ, 9 ਗੁਰੂ ਸਾਹਿਬਾਨ ਗ੍ਰਸਤੀ ਹੋਏ। ਇਹਦਾ ਮੰਨਦੇ ਹੋ ਤੁਸੀਂ? ਸਿਰਫ ਗੁਰੂ ਹਰਕ੍ਰਿਸ਼ਨ ਸਾਹਿਬ ਜਿਨ੍ਹਾਂ ਦੀ ਉਮਰ 5 ਤੋਂ 7.5 ਸਾਲ, ਉਹਨਾਂ ਨੇ ਗ੍ਰਸਤਾਰ। ਜੇ ਗ੍ਰਸਤ ਮਾੜਾ ਹੁੰਦਾ ਤੇ ਕਿਉਂ? ਤੇ ਫਿਰ ਉਹਨਾਂ ਦੇ ਬਾਲ ਬੱਚੇ ਵੀ ਸਨ, ਪਰਿਵਾਰ ਵੀ ਸੀ, ਸਭ ਕੁਛ। ਤੋ ਇਸ ਗੱਲ ਨੂੰ ਸਮਝਣ ਲਈ ਗੁਰੂ ਇਤਿਹਾਸ ਨੂੰ ਵੀ ਪੜ੍ਹਨਾ ਪਵੇਗਾ, ਗੁਰੂ ਕੇ ਸਿੱਖਾਂ ਦੀ ਜੀਵਨੀ ਵੀ ਪੜ੍ਹਨੀ ਪਵੇਗੀ। ਤੋ ਮਹਾਰਾਜ ਕਹਿੰਦੇ ਨੇ ਸਾਧ ਕੇ ਸੰਗ ਆਵੇਂ ਬਸ, ਸਾਧ ਸੰਗ ਅੰਮ੍ਰਿਤ ਰਸ ਬੁੰਝਾ। ਅੱਜ ਮੈਂ ਅੰਮ੍ਰਿਤ ਦੇ ਸੰਬੰਧ ਵਿੱਚ ਇੱਕ ਪੁਸਤਕ ਪੜ੍ਹਨੀ ਸ਼ੁਰੂ ਕੀਤੀ। ਹੁਣ ਅੰਮ੍ਰਿਤ ਦਾ ਮਤਲਬ ਕੀ ਹੈ? ਜਿਸ ਨੂੰ ਪੀ ਕੇ ਸਾਡੀ ਆਤਮਿਕ ਅਵਸਥਾ ਉੱਚੀ ਹੋ ਜਾਏ। ਅਸੀਂ ਇਹਨੂੰ ਇੱਕ ਰਸਮ ਬਣਾ ਲਿਆ, ਤੁਸੀਂ ਅੰਮ੍ਰਿਤ ਛਕ ਲਿਆ ਜੀ, ਤੁਸੀਂ ਅੰਮ੍ਰਿਤ ਛਕਿਆ ਜੀ। ਜਦ ਤੱਕ ਉਸ ਅੰਮ੍ਰਿਤ ਦੀ ਕਮਾਈ ਨਹੀਂ ਹੁੰਦੀ, ਅੰਮ੍ਰਿਤ ਪ੍ਰਗਟ ਹੀ ਨਹੀਂ ਹੁੰਦਾ। ਜਿਨ੍ਹਾਂ ਲੋਕਾਂ ਨੇ ਇਸ ਅੰਮ੍ਰਿਤ ਨੂੰ ਇੱਕ ਖੇਡ ਬਣਾਇਆ, ਉਹਨਾਂ ਨੇ ਅੰਮ੍ਰਿਤ ਦੀ ਤੋਹੀਨ ਕੀਤੀ ਹੈ। ਬੁਰਾ ਨਾ ਮੰਨਿਓ। ਤੁਹਾਡੇ ਵਿੱਚੋਂ ਵੀ ਕੋਈ ਛਕੀ ਵਾਲਾ ਬੈਠਾ ਤਾਂ ਵੀ ਮੈਨੂੰ ਚੰਗਾ ਲੱਗਦਾ, ਪਰ ਨਹੀਂ। ਜੇ ਅੰਮ੍ਰਿਤ ਦੀ ਮਰਿਆਦਾ ਨਹੀਂ ਨਿਭਾਈ, ਜੋ ਪੰਜਾਂ ਨੇ ਕਿਹਾ ਉਸ 'ਤੇ ਅਮਲ ਹੀ ਨਹੀਂ ਕੀਤਾ, ਫਿਰ ਦੋਸ਼ ਅੰਮ੍ਰਿਤ ਦਾ ਹੈ ਕਿ ਦੋਸ਼ ਸਾਡਾ? ਪਾਤਸ਼ਾਹ ਨੇ ਤੇ ਇੱਕ ਗੱਲ ਸਮਝਾਈ। ਤੋ ਖੈਰ, ਮਹਾਰਾਜ ਕਹਿੰਦੇ ਨੇ ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ ਹੈ ਉਹ ਫਿਰ ਅੰਮ੍ਰਿਤ ਰਸ ਪੁੰਜਾ, ਪੁੰਜਾ ਦਾ ਭੋਗਣਾ, ਖਾਣਾ। ਉਹ ਪਰਮਾਤਮਾ ਦੇ ਨਾਮ ਰੂਪੀ ਰਸ ਨੂੰ ਪੁੰਜਦਾ ਹੈ, ਖਾਂਦਾ। ਹੁਣ ਤੁਸੀਂ ਬੈਠੇ ਹੋ, ਥੋੜ੍ਹੇ ਜਾਂ ਬਹੁਤਿਆਂ ਦੀ ਗੱਲ ਨਹੀਂ, ਪਰ ਜੇ ਮਾੜਾ ਜਿਹਾ ਵੀ ਕੋਈ ਇੱਥੇ ਹਿਲ ਜੁਲ ਕਰੇ ਤੁਹਾਨੂੰ ਚੰਗਾ ਲੱਗਦਾ? ਕਹਿੰਦਾ ਇਹਨੂੰ ਬੰਦ ਕਰੋ, ਇਹਨੇ ਧਿਆਨ ਹੀ ਤੋੜ ਦਿੱਤਾ। ਆਹ ਹੈ ਅੰਮ੍ਰਿਤ ਰਸ। ਮਤਲਬ ਪਰਮਾਤਮਾ ਦੇ ਨਾਮ ਵਿੱਚ ਇੰਨੇ ਲਿਵਲੀਨ ਹੋ ਜਾਣ। ਸਾਧ ਸੰਗ ਹੋਏ ਸਭ ਕੀ ਰੇਨਾ। ਦੇਖੋ ਇਹ 2 ਅੱਖਰ ਨੇ, ਰੈਨ ਤੇ ਰੇਨ। ਰੈਨ ਹੋਵੇ ਤੇ ਰਾਤ ਹੈ, ਰੇਨ ਹੋਵੇ ਤੇ ਚਰਨ ਧੂੜ ਹੈ। ਅਸੀਂ ਇੱਕ ਲਾਂ 2 ਲਾਂ ਕੋਈ ਝਾੜ ਨਹੀਂ ਦਿੰਦੇ, ਜੋ ਮੂੰਹ ਆਉਂਦਾ ਨਹੀਂ। ਇਹ ਹੈ ਰੇਨਾ। ਰੇਨਾ ਦਾ ਮਤਲਬ ਹੈ ਚਰਨ ਧੂੜ। ਇੰਨੀ ਨਿਮਰਤਾ ਆ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਕੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ। मैल खोई कोट अग हरे निर्मल भय, ऐसी भगत गोविंद की कीट हसी जीता। कीड़ा जे हाथी नूं जितना। हुण ये गल किवें समझा? कीड़ा हाथी नूं जित सकदा? तुसीं आखो हाथी ते बहुत वड्डा। नहीं नहीं, ये निमरता रूपी कीड़ी हंकार रूपी हाथी नूं जित लै। साध के संग, साध संग हो सब की ने। साध के संग मनोहर बैन। मनोहर, मनोहर दे अखरी अर्थ ने जिहड़ा मन नूं हर लवे। वो बैन बोलदा है जिहड़ा सब नूं चंगा लगे। असीं ते यतन करदे हां भी इहो जिहे बोल बोलीए भी अगले दे सत्ती कपड़ी अग लग जाए, गिट्ठे ते जाके बचे, अगला मड़ मड़ के वेखे किने मार। नहीं, गुरमुखां दी संगत करन वाला मनोहर बैन, बैन का मतलब बोल, बचन। वो बचन बोलता है जिहड़ा सारियां दे मन नूं हर लैण चंगे लगे। साध के संग न कतहूं धावै। जिहड़ा गुरमुखां दी संगत करदा उहदा मन टिक जांदा।
ये ठीक है कि इन्हूं टिकाउणा पैंदा है, मेहनत करनी पैंदी, फिर ऐसा टिकदा है, फिर इन्हूं हिलाओ तां भी नहीं हिलदा, कोई बाहर इन्हूं आवाज़ मारे इन्हूं चंगा ही नहीं लगता। मैं देखिया बहुत सारे समागमां विच घंटियां ही खड़की जांदियां ने, फोन फट उठ के दौड़ जाना। नहीं नहीं, तुहानूं पता है भी घंटा लगना तो फिर घंटा बंद कर दो। फिर ये की होया भी नाल दी नाल तुसीं अपनी डिस्टरबेंस भी चुकी बदल। मन नूं टिकाउण वास्ते ते तरीका है भी दूजे पासे, बाहर ढूंढण ते झूठ भरे, गुर घर ही माए दिखाया। जो घर विच वसदा नजर आ जाए फिर बाहरों लभना हुंदा। ये है साध के संग न कतहूं धावै, साध संग अस्तित मन पावे। मन दे नने नूं औंकड़े मन पावे, मन पा लैंदा अस्तित टिकाऊ वाली, फिर इहदी आत्मक अवस्था टिक जाती। साध के संग माया ते भिन्न, माया विच रहिंदा है। मैं रात भी बेनती की, जेडे लोग के दिखावा करते नहीं जी, मैं बड़िया की खोज की, वो कहना जी संत ते माया नूं हथ नहीं लाउंदे। मैं नहीं मानता, ना गुरबाणी मानती। गुरबाणी कहती कि माया है कि शरीर भी माया, शरीर उत्ते पाए कपड़े भी माया। मैं किसी स्थान पर गया, कहते जी इत्थे माया नहीं मत्था टेकन देना। मैं कहा अच्छा। मैं कहा जी संतां दी कार है ये कित्थों आई, ये जिहड़ा पेट्रोल पैंदा वो कित्थों पैंदा, अज जिहड़े फर फर करदे रेशमी कपड़े ने ये कित्थों आउंदे। माया की है, वट इज दी माया। माया तो बिना नहीं काम चल सकता, पर माया के प्रभाव तो बच सकता। माया विच रहिंदे हो, इसलिए बाबे नानक ने कहा कि जैसे जल में कमल निरालम मुरगाई नैसानी। उन्हों की सुरत गुरु के शब्द नाल जुड़ी रहती है, उन्होंने इस गल नाल कोई वास्ता। क्योंकि मैं बचपन तो अजकल भी बड़ा पढ़दा, तो जे मैं तुहानूं साखियां सुणांगा तुसीं हैरान हो जाओ भी माया तो भिन्न किवें बंदा रह सकदा। सानूं ते गुरु ने कहा भी धर्म की किरत करो, हुण इह तां असीं देखना भी असीं किहड़ी किरत कर रहे। कहीए सौ गुरु की ते करिए उल्ट काम, तो फिर वो साडी अपनी गुनाह है ना। तो गल की जिहड़ा गुरमुखां की संगत करता है ना, वो गलत तरीके ना माया कमाउंदा ते ना अहंकार करता। साध के संग माया ते भिन्न, ते फिर इहो जिहे साध की संगत करन वाले नानक प्रभ सुप्रसन्न। नानक जी फरमांदे ने ਉਹਦੇ ਉੱਤੇ प्रभु पूर्ण तौर पर सुप्रसन्न का मतलब पूर्ण तौर पर प्रसन्न होता, कोई कसर ही नहीं है। साध संग दुश्मन समीत, साधु कै संग महापुनीत, साध संग के स्यों नहीं बैर, साध के संग न बींगा पैर। इन्हू बीगा नहीं कहना, बींगा कहना। साध के संग न बींगा पैर, साध के संग नाही को मंदा, साध संग जाने परमानंदा, साध के संग नाही हौ ताप, साध के संग तजै तब आप, आपे जाने साध बढ़ाई। नानक साध प्रभु बन आई। है सब कुछ स्पष्ट, पर मैं व्याख्या इसलिए करता भी चंगी तरह समझ आ जाए। साधु की संगत करन करके मन विच इन्हां समदर्शी आ जाती है कि उन्होंने कोई दुश्मन नज़र नहीं आता। भाई कन्हैया जी की मिसाल तुसीं देंदे, उन्हां दी सेवा पंथी संप्रदा दे
मैं तो बहुत नेड़े हर बात ये ठीक है, कमियां तो आईयां ने, ऐसी गल नहीं है, मैं दावा नहीं करता, पर भाई कन्हैया जी ने ऐसी मिसाल पैदा की, दुश्मन समीत जंग हुंदा होवे, तलवारां चलदियां होण, गोलियां चलदियां होण, ते पानी पिला दे। सिखा ने कहा महाराज ते दुश्मनां नाल लड़िया होया, असीं मार मूर के जख्मी करदे हैं, पानी पिला देंदे। पुछया भाई कन्हैया जी तुहाडी शिकायत आई, महाराज मैं तो जिहदे मूँह च पानी पाया तुहाडे ही मूँह च पाया। फिर गुरु जी खुश होए कि नाराज होए? नाल मरम की डब्बी भी देती, कहते भी लै। ठीक है, अज रैड क्रॉस की गल करते हैं। रैड क्रॉस के पतामा मोढ़ी पाई कन्हैया गुरु की संगत विच आउण ते गुरु की बचना नूं मनण वाले नूं दुश्मन भी मित्र, उन्होंने कोई दुश्मन रहिंदा ही। साध संग दुश्मन दा मीत, साधु कै संग महापुनीत। पुनीत ते कहते पवित्र नूं, पर महापुनीत बड़ा ही पवित्र, क्योंकि वो मन करके बुरा सोचता नहीं, वचन करके बुरा बोलता नहीं, कर्म करके बुरा करता नहीं। साध संग किस्यों नहीं बैर, इन्नी निमरता आ जाती सास। मैं भाई बुद्धू साहब होए ने सेवा पंथियां कि महाराजा रणजीत सिंह उन्होंने दर्शन करके ते दूर ही घोड़ा छड़ दिता ते जोड़ा भी ला दिता। कहते ऐसे महापुरुष के दर्शन कर जाना है, मैं घोड़े से चढ़ के जाऊँ, मैं जोड़ा पा के जाऊँ। जदों पहुंचे ते भाई साहब गुरुद्वारा साहब तो टिकाणा सब तो बाहर ही खड़े थे। हुण जे आपां किसी नूं पहलां मिले ना होइए, कई बारी आपां उहनूं ही पुछ लैणे जी मैं पुराने नूं मिलना। महाराज रणजीत सिंह ने कहा कि मैं भाई बुद्धू साहब के दर्शन कर। भाई बुद्धू साहब ने पता की किया, कहंदा महाराजा साहब बुद्धू दे हाजिर है, बुद्धू दे हाजिर है, आओ तुहानूं साहिब कोल लै चल। अगे अगे तुर पे जिथे गुरु ग्रंथ साहब का प्रकाश सी ना, आंदे ने ये नहीं इन्नी निमरता। इत्थे ते गुरु ग्रंथ साहब के बराबर गद्दी ला के मत्थे टिकाउंदे ने। पातशाह कहंदे नहीं, जिहड़ा गुरमुखां दी संगत करे बहुत निमरता। साध संग दुश्मन मीत, साधु कै संग महापुनीत। साध संग किस्यों नहीं बैर, साध के संग न बिंगा पैर। बिंगा का मतलब उल्टे राह ते पैर जाता ही, उन्होंने ऐसिया ब्रेकां लग जांदियां कि ना मैं नहीं जाना, मैं गुरु घर में जाना, मैं पंज प्यारियां की सेवा करना, मैं इस ड्यूटी को निभाना, मैं गुरु की ताबिया बैठता, मैं इस पास जाऊँ। मैं ये मुश्किल तो आंदियां ने, पर निजी गल्लां कई बारी संगत दसन तो थोड़ा जिहा झिझक जाए। मुश्किल मैनूं भी आउंदियां तो सब नूं आउंदियां, पर जिन्हों गुरु चेते रहे ना, वो फिर गलत पासे पैर नहीं करता। साध कै संग नाही को मंदा, उन्होंने कोई मंदा नजर ही नहीं आता। क्यों? साध संग जाने परमानंदा। परमानंद परमात्मा का भी एक नाम है, परम आनंद, तथा ऊंचा आनंद उसनूं प्राप्त हो जाता है। साध के संग नाई हो ताप। हुण ताप जिहड़ा शब्द है भी तुसीं आम वरते हो बुखार वास्ते, जिन्हों बुखार चढ़ जाता है तो जिन्हों ना चढ़िया वो की फर्क होता, तुसीं आप ही दस। वो तपन लग जाता है, वो पिंडे नूं हथ लाओ सेक आउण लग। इसे तरह जिन्हों होमे आ जाए ना, वो भी फिर इन्ने गुस्से च आ जाता है
जे कोई छड़ाने वाला हो तो भी खड़का देता, क्योंकि आप तपिया। पर गुरमुखां की संगत करन करके ਉਹਦੇ ਚੋਂ ਹਉਮੈ ਦਾ ਤਾਪ ਖਤਮ। साध के संग तजै सब आप। आप ਦਾ ਮਤਲਬ ਅਹੰਕਾਰ ਦੀ ਬਿਰਤੀ ਛੱਡ। ਚੁੱਕਣ ਵਾਲੇ ਬਥੇਰੇ ਚੁੱਕਦੇ ਨੇ, ਉਹ ਜੇ ਤੁਸੀਂ ਭਾਈ ਸਾਹਿਬ ਕਿਉਂ ਕਰਦੇ ਐਂ ਕਰ ਆਪੇ ਜਾਣੇ ਸਾਧ ਵਡਾਈ। ਕਹਿੰਦੇ ਨੇ ਜਿਹੜੀ ਸਾਧੂ ਦੀ ਵਡਿਆਈ ਹੈ ਇਹ ਪਰਮਾਤਮਾ ਹੀ ਜਾਣਦਾ ਜਾਂ ਫਿਰ ਸਾਧੂ ਜਾਣਦਾ। ਨਾਨਕ ਸਾਧ ਪ੍ਰਭੂ ਬਨ ਆਈ। ਨਾਨਕ ਜੀ ਫਰਮਾਉਂਦੇ ਨੇ ਕਿਉਂਕਿ ਸਾਧ ਦੀ ਤੇ ਪ੍ਰਭੂ ਦੀ ਬਣ ਆਈ, ਉਹ ਇੱਕ ਮਿਕ ਹੋ ਜਾਂਦੇ ਨੇ। ਜੋ ਗੁਣ ਪਰਮਾਤਮਾ ਵਿੱਚ ਨੇ ਉਹੀ ਉਹਨਾਂ ਵਿੱਚ ਆ। ਸਾਧ ਕੇ ਸੰਗ ਨ ਕਬਹੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲੈ, ਸਾਧੂ ਕੇ ਸੰਗ ਅਜਰ ਸਹਿ। ਤੁਸੀਂ ਅਜਰ ਬੋਲਦੇ ਹੋ, ਅਸਲ ਸ਼ਬਦ ਅਜਰ ਹੈ। ਸਾਧੂ ਕੇ ਸੰਗ ਅਜਰ ਸਹਿ, ਸਾਧ ਕੇ ਸੰਗ ਬਸੈ ਥਾਨ ਉੱਚੈ। ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧ ਕੇ ਸੰਗ ਦ੍ਰਿੜੈ ਤਵ ਧਰਮ। ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਦਾਨ। ਨਾਨਕ ਸਾਧੂ ਕਹਿ ਕੁਰਬਾਨ। ਆਖਿਆ ਗੁਰਮੁਖਾਂ ਦੀ ਸੰਗਤ ਕਰਨ ਵਾਲੇ ਦਾ ਮਨ ਫਿਰ ਧਾਉਂਦਾ ਨਹੀਂ, ਉਹ ਦੁਨੀਆ ਦੀਆਂ ਵਡਿਆਈਆਂ ਵੇਖ ਕੇ ਡੋਲਦਾ ਨਹੀਂ, ਉਹ ਟਿਕ ਜਾਂਦਾ। ਔਰ ਇਸ ਟਿਕਾਓ ਵਿੱਚ ਸਾਧ ਕੇ ਸੰਗ ਸਦਾ ਸਦਾ ਜਿਹੜੇ ਸਾਨੂੰ ਸੁੱਖ ਮਿਲੇ ਨੇ ਉਹ ਟੈਂਪਰੇਰੀ ਨੇ। ਸਦਾ ਸੁੱਖ ਹੁੰਦਾ ਹੈ ਜੋ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਾਪਤ ਹੋਇਆ। ਜੋ ਨਰ ਦੁੱਖ ਮੈਂ ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ। ਮੇਰੇ ਤੋਂ ਤੁਸੀਂ ਜ਼ਿਆਦਾ ਗਿਆਨੀ ਹੋ ਗਏ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਲੱਗਿਆ ਤੇ ਮੇਰੀ ਡਿਊਟੀ ਸਫਲ ਹੋ ਰਹੀ ਹੈ। ਸਾਧ ਸੰਗ ਬਸ ਅਗੋਚਰ ਰਹਿ, ਉਹ ਵਸਤੂ ਰਹਿ ਮਨ ਪ੍ਰਾਪਤ ਹੋ ਜਾਂਦੀ ਹੈ ਜੋ ਕਿਸੇ ਨੂੰ ਲੱਭਦੀ ਨਹੀਂ ਨਾ, ਕਿਸੇ ਯਤਨ ਨਾਲ ਨਹੀਂ ਲੱਭਦੀ, ਉਹ ਵੀ ਲੱਭ ਜਾਂਦੀ। ਤੇ ਸਾਧੂ ਕੇ ਸੰਗ ਅਜਰਸ ਹੈ। ਦੇਖੋ ਜਰਨ ਵਾਲੀਆਂ ਗੱਲਾਂ ਤੇ ਤੁਸੀਂ ਵੀ ਜਰਦੇ ਹੋ ਤੇ ਮੈਂ ਵੀ ਜਰ, ਪਰ ਨਾ ਜਰਨ ਵਾਲੀ ਨੂੰ ਜਰਨਾ ਜਿਹੜਾ ਉਹ ਬੜਾ ਮੁਸ਼ਕਿਲ ਹੈ। ਪਰ ਉਹਦੇ 'ਚ ਇੰਨੀ ਸਹਿਨਸ਼ੀਲਤਾ ਆ ਜਾਂਦੀ, ਉਹਨੇ ਕੋਈ ਨਹੀਂ ਗੁਰਮੁਖਾ ਤੇਰਾ ਭਲਾ ਹੋ, ਤੇਰਾ ਭਲਾ। ਅਜਰ ਨੂੰ ਵੀ ਸਹਿਣਾ, ਪਰ ਇੱਕ ਗੱਲ ਹੈ ਪਰਮਾਤਮਾ ਬਹੁਤ ਨੇੜੇ ਹੋ ਕੇ ਵੇਖਦਾ। ਉਹ ਜੇ ਸਾਧੂ ਨਾਲ ਕੋਈ ਵਧੀਕੀ ਕਰੇ ਤੇ ਉਹਦਾ ਪਤਾ ਵੀ ਸਾਫ਼ ਕਰ ਦਿੰਦਾ ਵੀ ਤੁੰਦਾ। ਮੈਂ ਅੱਜ ਕੱਲ੍ਹ ਭਗਤਾਂ ਦੀ ਬਾਣੀ ਪੜ੍ਹ ਰਿਹਾ ਤੇ ਉਹਦੇ ਅਰਥ ਕਰ ਰਿਹਾ। ਜਿਉਂ ਜਿਉਂ ਮੈਂ ਭਗਤਾਂ ਦਾ ਜੀਵਨ ਪੜ੍ਹ ਰਿਹਾ, ਕਮਾਲ ਹੈ ਕਮਾਲ। ਜਿਸ ਨੇ ਬੁਰਾ ਚਿਤਵਿਆ ਨਾ, ਪਰਮਾਤਮਾ ਨੇ ਉਹਦਾ ਪਹਿਲਾਂ ਹੀ ਠੋਕ ਦਿੱਤਾ। ਮੈਂ ਕੋਈ ਡਰਾਉਣ ਲਈ ਗੱਲ ਨਹੀਂ ਕਰਦਾ, ਪਰ ਇਹ ਬਾਣੀ ਸਭ ਕੁਝ ਲਿਖਿਆ। ਨਾਮਦੇਵ ਜੀ ਨੂੰ ਕਿੰਨੇ ਕਸ਼ਟ ਦਿੱਤੇ, ਕਬੀਰ ਜੀ ਨੂੰ ਕਿੰਨੇ ਕਸ਼ਟ, ਪਰ ਉਹਨਾਂ ਲੋਕਾਂ ਦਾ ਅਸਰ ਕੀ ਹੋਇਆ ਉਹ ਨਹੀਂ ਅਸੀਂ ਕਦੇ ਵਿਚਾਰ। ਤੁਮ ਗੱਲ ਕੀ ਮਹਾਰਾਜ ਕਹਿੰਦੇ ਨੇ ਸਾਧੂ ਕੈ ਸੰਗ ਅਜਰ ਸਹਿ, ਨਾ ਜਰਨ ਵਾਲੀਆਂ ਗੱਲਾਂ ਵੀ ਜਰਦਾ। ਸਾਧ ਕੈ ਸੰਗ ਬਸੈ ਥਾਨ ਉੱਚੈ, ਥਾਨ ਦੇ ਨੰਨੇ ਨੂੰ ਸਿਆਰੀ ਹੈ, ਉੱਚੇ ਥਾਨ ਤੇ ਰਹਿੰਦਾ, ਉਹਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ। ਸਾਧੂ ਕੇ ਸੰਗ ਮਹਿਲ ਪਹੁੰਚੈ, ਹੁਣ ਮਹਿਲ ਦੇ ਲੱਲੇ ਨੂੰ ਸਿਆਰੀ ਹੈ। ਉਹ ਮਹਿਲ ਰਹਿਣ ਵਾਲੀ ਜਗ੍ਹਾ ਨੂੰ ਕਹਿੰਦੇ ਰਾਜਿਆਂ ਦੇ ਮਹਿਲ ਹੁੰਦੇ। ਇਹ ਜਿਹੜਾ ਪਰਮਾਤਮਾ ਦਾ ਸਰੂਪ ਹੈ ਨਾ, ਇਹ ਮਹਿਲ ਹੈ। टहल महल ताको मिले जाको साध कृपा। तो महल
ਇਹੋ ਦਾ ਮਤਲਬ ਹੈ ਆਪਣੇ ਨਿਜ ਘਰ ਆਪਣੇ ਸਰੂਪ ਵਿੱਚ ਪਹੁੰਚ ਜਾਂਦਾ। ਸਾਧ ਕੇ ਸੰਗ ਦ੍ਰਿੜੈ ਤਬ ਧਰਮ। ਹੁਣ ਇੱਕ ਧਰਮ ਦੀ ਗੱਲ ਨਹੀਂ, ਸਾਰੇ ਧਰਮ ਭਾਵਾਂ ਨੂੰ ਸਭ ਸਮਝ ਆ ਜਾਂਦੀ ਹੈ ਵੀ ਇਹ ਮੇਰੀ ਡਿਊਟੀ ਹੈ, ਇਹ ਕਰਨਾ, ਇਹ ਨਹੀਂ ਕਰਨਾ। ਦ੍ਰਿੜੈ ਤਬ ਧਰਮ, ਉਹਨੂੰ ਹਰ ਜਗ੍ਹਾ ਤੇ ਗੁਰੂ ਆਪ ਸੋਝੀ ਦਿੰਦਾ ਵੀ ਤੂੰ ਇੱਥੇ ਆ ਕਰਨਾ, ਇੱਥੇ ਆ। ਸਾਧ ਕੇ ਸੰਗ ਕੇਵਲ ਪਾਰ ਬ੍ਰਹਮ। ਬਸ ਗੁਰਮੁਖਾਂ ਦੀ ਸੰਗਤ ਕਰਨ ਵਾਲਾ ਜਿਹੜਾ ਉਹ ਫਿਰ ਜਗ੍ਹਾ ਜਗ੍ਹਾ ਤੇ ਨਹੀਂ ਭਟਕਦਾ। ਇੱਕ ਪਾਰ ਬ੍ਰਹਮ, ਇੱਕ ਉਹ ਹੈ ਭਾਈ, ਇੱਕ ਸਾਹਿਬ ਮੇਰਾ। ਸਾਧ ਕੇ ਸੰਗ ਪਾਏ ਨਾਮ ਨਿਧਾਨ। ਗੁਰਮੁਖਾਂ ਦੀ ਸੰਗਤ ਕਰਨ ਕਰਕੇ ਨਾਮ ਰੂਪੀ ਨਿਧਾਨ ਖਜ਼ਾਨਾ ਰਹਿੰਦਾ। ਨਾਨਕ ਸਾਧੂ ਕਹਿ ਕੁਰਬਾਨ। ਨਾਨਕ ਜੀ ਫਰਮਾਉਂਦੇ ਨੇ ਮੈਂ ਐਸੇ ਸਾਧੂ ਤੋਂ ਕੁਰਬਾਨ ਵਾਰ ਨਹੀਂ ਜਾਣਾ। ਕਈ ਬੰਦੇ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਹਨ ਅੱਜ ਵੀ, ਕਹਿੰਦੇ ਜੀ ਇਹ ਵਾਰੀ ਜਾਵਾਂ, ਇਹ ਕੁਰਬਾਨ ਜਾਵਾਂ ਦਾ ਕੀ ਮਤਲਬ? ਮੈਂ ਕਿਹਾ ਅਖਰੀ ਅਤੇ ਬੜੇ ਸਪਸ਼ਟ ਨੇ। ਮੈਂ ਆਪਾਂ ਨਿਛਾਵਰ ਕਰ, ਹਰ ਇੱਕ ਤੋਂ ਕੋਈ ਨਿਛਾਵਰ ਨਹੀਂ ਕਰਦਾ। ਮਾਂ ਦੇ ਸਾਹਮਣੇ ਬੱਚੇ ਨੂੰ ਤਕਲੀਫ ਹੋਵੇ ਨਾ, ਵੇਖੋ ਫਿਰ ਮੁਰਗੀ ਦੇ ਵੀ ਬੱਚਿਆਂ ਨੂੰ ਇਹ ਲੋਲ ਚੱਪਦੇ ਤੇ ਉਹ ਸ਼ੇਰ ਨਹੀਂ ਬਣ ਕੇ ਟੱਕਰਦਾ। ਕਿਉਂ? ਬੱਚਿਆਂ ਦੀ ਮੋਹ ਪਿਆਰ। ਫਿਰ ਖੰਭਾਂ ਥੱਲੇ ਦੇਵੇਗੀ, ਯਤਨ ਕਰੇਗੀ ਵੀ ਇਹਨੂੰ ਮੇਰੇ ਤੋਂ। ਖੈਰ ਸਮਾਂ ਹੋ ਚੁੱਕਾ ਹੈ। ਅੱਜ ਗੁਰੂ ਕਿਰਪਾ ਨਾਲ ਅਸੀਂ 4 ਪਦ ਕਰ ਰਹੇ ਨੇ। ਮੈਨੂੰ ਯਾਦ ਨਹੀਂ ਸੀ ਰਿਹਾ, ਮੈਂ ਅੱਜ ਮੱਦੀਪੁਰ ਜਾਣਾ ਸੀ ਤੇ ਉਹ ਕੁਦਰਤ ਨੇ ਆਪਣੀ ਖੇਡ ਕਲਾ ਵਰਤਾਤੀ। ਮੈਂ ਫੋਨ ਕੀਤਾ, ਉਹ ਕਹਿੰਦੇ ਜੀ ਤੁਹਾਡਾ ਟਾਈਮ ਅਸੀਂ 9:30 ਕਰ ਦਿੱਤਾ। ਮੈਂ ਕਹਿੰਦਾ ਮੌਜਾਂ ਲੱਗੀ, ਇੱਥੇ ਵੀ ਹਾਜ਼ਰੀ ਲੱਗੀ, ਉੱਥੇ ਵੀ ਲੱਗੀ। ਇਹ ਵੀ ਉਹਦੀ ਕਲਾ ਹੈ। ਨਹੀਂ ਤੇ ਮੈਨੂੰ ਟਾਈਮ 8:09 ਲਿਖਿਆ ਸੀਗਾ, ਪਰ ਉਹਨਾਂ ਨੇ ਆਪੇ ਹੀ ਅੱਗੇ ਕਰਤਾ। ਚੱਲ ਤੁਸੀਂ ਪਾਸ ਸੇ ਕਰੋ ਕਿਰਪਾ। ਸ਼ਲੋਕ ਅਗਮ ਅਗਾਧ ਪਰ ਬ੍ਰਹਮ ਸੋਏ। ਜੋ ਜੋ ਕਹਿ ਸੋ ਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨ ਮੰਤਾ। ਸਾਧ ਜਨ ਕੀ ਅਚਰਜ ਕਥਾ। ਅਸ਼ਟਪਦੀ ਸਾਧ ਕੇ ਸੰਮੁਖ ਉਜਲ ਹੋ। ਸਾਧ ਸੰਗ ਮਰ ਸਗਲੀ ਖੋਤ। ਸਾਧ ਕੇ ਸੰਗ ਮਿਟੈ ਅਭਿਮਾਨ। ਸਾਧ ਕੇ ਸੰਗ ਪ੍ਰਗਟੈ ਸੁਖ ਗਿਆਨ। ਸਾਧ ਕੇ ਸੰਗ ਬੁਝੈ ਪ੍ਰਭ ਨੇਰਾ। ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੇ ਸੰਗ ਪਾਏ ਨਾਮ ਰਤਨ। साध के संग एक ऊपर जतन। साध की महिमा बरने कौन परानी। नानक साध की शोभा प्रभ माय समानी। साध के संग अगोचर मिले। साध के संग सदा पर फुले। साध के संग आवे बस पंचा। साध संग अमृत रस भुंचा। साध संग होए सबकी रेन। साध के संग मनोहर बैन। साध के संग न कटू धावे। साध संग अस्थित मन पावे। साध के संग माया ते भिन्न। साध संग नानक प्रभ सुप्रसन्न। नहीं तुसी सो होड़ा बना देते, ये औंकड़ है। सुप्रसन्न का मतलब पूरी तरह प्रसन्न बनाओ, स्वभाव बनाओ। हौली हौली समझा रही, घबराने की कोई गल नहीं। साध संग दुश्मन तमी। साधु कै संग महापुनीत। साध संग किस्यों नहीं बैर।
साध के संग न भींगा पैर, साध के संग नाही को मंदा, साध संग जाने परमानंदा, साध के संग नाही हो ताप, साध के संग तजय तब आप, आपे जाने साध बढ़ाई, नानक साध प्रभु पाने आई, साध के संग न कबू तावे, साध के संग सदा सो पावे, साध संग बस अगोचर रहे, साधु के संग अजर सह, साध के संग बसे थान ऊंचे, साधु के संग महल पहुँचे, साध के संग दृढ़ है तब धर्म, साध के संग केवल पार ब्रह्म, साध के संग पाए नाम निधान, नानक साधु के कुर्बान। भुलां चुकां दी खिमा बख्शनी, गज के फतेह गजाओ। वाहिगुरू। क्योंकि अज श्री गुरु अमरदास जी के ज्योति जो